ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਬਲੀ ਕਰ ਭਲੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਵੇਂ ਧੁਰ ਦਰਗਾਹ ਦੇ ਵਿੱਚੋਂ ਹੋਈ ਆਕਾਸ਼ਬਾਣੀ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਨੇ ਅਕਾਲ ਪੁਰਖ ਵੱਲੋਂ ਬਖਸ਼ੇ ਹੋਏ ਬੇਸ਼ਕੀਮਤੀ ਖਜ਼ਾਨੇ ਨੂੰ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੀ ਝੋਲੀ ਵਿੱਚ ਪਾਇਆ। ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਨੇ ਨਗਰ ਝਿੰਗੜਾਂ ਦੇ ਵਿੱਚ ਢਾਬ ਦੇ ਕਿਨਾਰੇ ਬੈਠ ਕੇ ਮਨੁੱਖਤਾ ਦੇ ਕਲਿਆਣ ਵਾਸਤੇ, ਸੰਸਾਰ ਨੂੰ ਤਾਰਨ ਵਾਸਤੇ ਭਗਵਾਨ ਬਿਲਾਸ ਗ੍ਰੰਥ ਦੀ ਰਚਨਾ ਕੀਤੀ। ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੀ ਜੀਵਨੀ ਦੀ ਇਸ ਗਾਥਾ ਨੂੰ ਅੱਗੇ ਤੋਰਦੇ ਹੋਏ ਅੱਜ 18ਵੇਂ ਐਪੀਸੋਡ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਣ ਲੱਗੇ ਹਾਂ ਕਿ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਨੂੰ ਜਦੋਂ 6 ਤੋਂ 7 ਮਹੀਨੇ ਦਾ ਸਮਾਂ ਢਾਬ ਦੇ ਕਿਨਾਰੇ ਬੈਠਿਆਂ ਨੂੰ ਹੋ ਗਿਆ ਤਾਂ ਭਾਈ ਜਵਾਰ ਸਿੰਘ ਜੀ ਝਿੰਗੜਾਂ ਵਾਲਿਆਂ ਨੇ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦਾ ਆਸਣ ਸਰਦਾਰ ਈਸ਼ਰ ਸਿੰਘ ਜੀ ਦੀ ਹਵੇਲੀ ਵਿੱਚ ਇੱਕ ਵੱਖਰੀ ਬਣੀ ਹੋਈ ਕੋਠੜੀ ਦੇ ਵਿੱਚ ਲਾ ਦਿੱਤਾ। ਬਾਬਾ ਮਾਣਾ ਤੇ ਸਰਦਾਰ ਸੂਬਾ ਸਿੰਘ ਜੀ ਦੀ ਡਿਊਟੀ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੀ ਸੇਵਾ ਕਰਨ ਦੀ ਲਾ ਦਿੱਤੀ। ਸ਼ਰਦਾਈ ਦਾ ਸਾਰਾ ਸਮਾਨ, ਬਦਾਮ, ਦੁੱਧ ਆਦਿ ਮਹਾਰਾਜ ਦੇ ਪਲੰਗ ਦੇ ਹੇਠਾਂ ਰੱਖ ਦਿੱਤੇ। ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੀ ਕੀਰਤੀ ਦੀ ਖਬਰ ਬੜੀ ਤੇਜ਼ੀ ਦੇ ਨਾਲ ਆਲੇ ਦੁਆਲੇ ਦੇ ਪਿੰਡਾਂ ਵਿੱਚ ਫੈਲਣ ਲੱਗੀ। ਹਰ ਕੋਈ ਜਦੋਂ ਸੁਣਦਾ ਕਿ ਪਿੰਡ ਝਿੰਗੜਾਂ ਦੇ ਵਿੱਚ ਇੱਕ ਸਾਧੂ ਵਾਸ ਕਰਦਾ ਹੈ ਜਿਸ ਦੇ ਚਿਹਰੇ ਦਾ ਤੇਜ ਪ੍ਰਤਾਪ ਇੰਨਾ ਨਿਰਾਲਾ ਹੈ ਕਿ ਉਸ ਨੂੰ ਵੇਖਦਿਆਂ ਹੀ ਰੂਹ ਤ੍ਰਿਪਤ ਹੋ ਜਾਂਦੀ ਹੈ। ਜੋ ਵੀ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੇ ਦਰਸ਼ਨ ਕਰ ਲੈਂਦਾ ਹੈ ਉਸ ਨੂੰ ਅੰਦਰੋਂ ਇੱਕ ਆਵਾਜ਼ ਸੁਣਾਈ ਦਿੰਦੀ ਹੈ ਕਿ ਇਹ ਕੋਈ ਸਧਾਰਨ ਵਿਅਕਤੀ ਨਹੀਂ, ਇਹ ਤਾਂ ਖੁਦ ਪਰਮਾਤਮਾ ਮਨੁੱਖੀ ਜਾਮੇ ਦੇ ਵਿੱਚ ਸੰਸਾਰ ਦਾ ਕਲਿਆਣ ਕਰਨ ਵਾਸਤੇ ਆ ਗਿਆ ਜਾਪਦਾ ਹੈ। ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੀ ਕੀਰਤੀ ਨੂੰ ਸੁਣਦਿਆਂ ਵੱਖ-ਵੱਖ ਪਿੰਡਾਂ ਦੇ ਲੋਕ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੇ ਚਰਨਾਂ ਦੇ ਭੌਰੇ ਬਣਨ ਲੱਗ ਪਏ। ਪਿੰਡ ਮਜਾਰੇ ਤੋਂ ਭਾਈ ਮੰਗੂ ਜੀ ਜੋ ਲਾਲਾ ਵਲੀ ਜੀ ਦੇ ਪਹਿਲਾਂ ਤੋਂ ਸੇਵਕ ਸਨ, ਉਹ ਵੀ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੇ ਸੇਵਕ ਬਣ ਗਏ। ਇਸੇ ਤਰ੍ਹਾਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿਵੇਂ-ਜਿਵੇਂ ਫੁੱਲਾਂ ਦੀ ਖੁਸ਼ਬੂ ਵਾਂਗ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੀ ਬੰਦਗੀ ਤੇ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੀ ਕੀਰਤੀ ਦੀ ਖਬਰ ਜਾਂਦੀ ਤਾਂ ਸਾਰੇ ਪਿੰਡਾਂ ਦੀ ਸੰਗਤ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੀ ਸੇਵਕ ਬਣਦੀ ਜਾਂਦੀ। ਪਿੰਡ ਮੂਸਾਪੁਰ ਦੇ ਕਾਫੀ ਲੋਕ ਜਦੋਂ ਮਹਾਰਾਜ ਜੀ ਪਿੰਡ ਮੂਸਾਪੁਰ ਦੇ ਵਿੱਚ ਪੜ੍ਹਦੇ ਸਨ ਉਦੋਂ ਤੋਂ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੇ ਜਾਣੂ ਸਨ। ਭਾਈ ਸੁੰਦਰ ਸਿੰਘ ਜੀ, ਭਾਈ ਨਰੈਣ ਸਿੰਘ ਜੀ, ਭਾਈ ਬਸੰਤ ਸਿੰਘ ਜੀ, ਭਾਈ ਗਣੇਸ਼ਾ ਜੀ, ਪਿੰਡ ਰਸੂਲਪੁਰ ਦੇ ਕਰਮ ਸਿੰਘ ਜੀ ਤੇ ਕਾਲੂ ਜੀ, ਪਿੰਡ ਭਰੋ ਮਜਾਰੇ ਤੋਂ ਸੁੰਦਰ ਸਿੰਘ ਜੀ ਅਤੇ ਬਾਬੂ ਜੀ, ਪਿੰਡ ਖਾਨਖਾਨਾ ਤੋਂ ਗੁਰਦਿੱਤਾ ਸਿੰਘ, ਪਿੰਡ ਗੋਸਲਾਂ ਤੋਂ ਮੰਗਲ ਰਾਮ ਲੋਹਾਰ, ਭਾਈ ਮੁਨਸ਼ਾ ਸਿੰਘ, ਪਿੰਡ ਰੈਪੇ ਤੋਂ ਭਾਈ ਸਰਮੁਖ ਸਿੰਘ, ਭਾਈ ਹਰੀ ਸਿੰਘ, ਭਾਈ ਮੀਹਾਂ ਸਿੰਘ, ਭਾਈ ਛੱਜੂ, ਭਾਈ ਵੀਰ ਸਿੰਘ, ਪਿੰਡ ਝਿੰਗੜਾਂ ਤੋਂ ਹਰਨਾਮ ਸਿੰਘ, ਭਾਈ ਮਾਣਾ ਜੀ, ਭਾਈ ਈਸ਼ਰ ਸਿੰਘ ਜੀ, ਭਾਈ ਇੰਦਰ ਸਿੰਘ ਜੀ, ਮੋਤੀ ਸਿੰਘ ਜੀ, ਇਹ ਸਾਰੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੇ ਚਰਨਾਂ ਦੇ ਭੌਰੇ ਭਾਵ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੇ ਸੇਵਕ ਬਣ ਗਏ। ਸਾਰੇ ਪਹਿਲਾਂ ਝਿੰਗੜੀ ਹੀ ਆਉਣ ਲੱਗੇ। ਭਾਈ ਮੂਲਾ ਜੀ ਤੇ ਭਾਈ ਜਵਾਲਾ ਜੀ ਇਹ ਮਜਾਰੇ ਪਿੰਡ ਤੋਂ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੀ ਕੀਰਤੀ ਸੁਣ ਕੇ ਹਜ਼ੂਰ ਦੇ ਸੇਵਕ ਬਣ ਗਏ। ਵਿੱਚ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਚਿੱਟੇ ਲੱਠੇ ਦੀ ਚਾਦਰ ਦੀ ਗਿਲਤੀ ਮਾਰ ਕੇ ਰੱਖਦੇ ਸਨ। ਪੈਰਾਂ ਦੇ ਵਿੱਚ ਜੋੜਾ ਵੀ ਬਹੁਤ ਸੁੰਦਰ ਪਹਿਨਦੇ ਸਨ। ਪਿੰਡ ਮਜਾਰੇ ਤੋਂ ਭਾਈ ਸਾਹਿਬ ਦਿਆਲ ਜੀ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਵਾਸਤੇ ਸੁੰਦਰ ਜੋੜਾ ਤਿਆਰ ਕਰਦੇ ਸਨ। ਆਪਣੇ ਹੱਥੀਂ ਸੁੱਚੇ ਤਿੱਲੇ ਦੀ ਕਢਾਈ ਕਰਕੇ ਸੁੰਦਰ ਜੋੜਾ ਤਿਆਰ ਕਰਕੇ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਨੂੰ ਭੇਂਟ ਕਰਦੇ ਸਨ। ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਆਪਣੇ ਹੱਥ ਦੇ ਵਿੱਚ ਗੈਂਡੇ ਦੀ ਸੋਟੀ ਫੜ ਕੇ ਰੱਖਦੇ ਸਨ। ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਦੀ ਬੋਲੀ, ਰਾਜਾ ਸਾਹਿਬ ਜੀ ਦੀ ਚਾਲੀ ਰਾਜਿਆਂ ਮਹਾਰਾਜਿਆਂ ਵਾਲੀ ਸੀ। ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਨੂੰ ਵੇਖਦਿਆਂ ਹੀ ਸ਼ਹਿਨਸ਼ਾਹਾਂ ਦੇ ਭੁਲੇਖੇ ਪੈਂਦੇ ਸਨ। ਜਿਹੜਾ ਵੀ ਹਜ਼ੂਰ ਸ਼੍ਰੀ ਨਾਭਕਮ ਰਾਜਾ ਸਾਹਿਬ ਜੀ ਨੂੰ ਇੱਕ ਵਾਰ ਤੱਕ ਲੈਂਦਾ ਬਸ ਉਹ ਹਜ਼ੂਰ ਦਾ ਹੀ ਹੋ ਕੇ ਰਹਿ ਜਾਂਦਾ। ਭਾਈ ਜਵਾਹਰ ਸਿੰਘ ਜੀ ਵੀ ਨਗਰ ਦੀਆਂ ਸੰਗਤਾਂ ਨੂੰ ਦੱਸਦੇ ਸਨ ਕਿ ਇਹ ਮਹਾਂਪੁਰਖ ਵੱਡੀ ਕਮਾਈ ਵਾਲਾ ਹੈ। ਸੰਸਾਰ ਦੀ ਮਾਇਆ ਤੇ ਸੰਸਾਰ ਦੇ ਸੁੱਖ ਇਸ ਦੇ ਚਰਨਾਂ ਦੇ ਦਾਸ ਨੇ। ਇਸ ਦੇ ਚਰਨਾਂ ਤੋਂ ਕੁਝ ਵੀ ਬਾਹਰਾ ਨਹੀਂ।
ਇਹ ਮਹਾਂਪੁਰਖ ਇਸ ਸੰਸਾਰ ਦਾ ਕਲਿਆਣ ਕਰਨ ਵਾਸਤੇ ਆਇਆ ਹੈ। ਧੁਰ ਦਰਗਾਹ ਦੇ ਵਿੱਚੋਂ ਅਕਾਲ ਪੁਰਖ ਨੇ ਇਸ ਮਹਾਂਪੁਰਖ ਦੀ ਡਿਊਟੀ ਲਾਈ ਹੈ ਕਿ ਕਲਯੁਗ ਦੇ ਸਮੇਂ ਵਿੱਚ ਜਿਹੜੇ ਜੀਵ ਨਾਮ ਬਾਣੀ ਤੋਂ ਟੁੱਟ ਚੁੱਕੇ ਨੇ, ਪ੍ਰਭੂ ਭਗਤੀ ਦੇ ਮਾਰਗ ਤੋਂ ਭਟਕ ਚੁੱਕੇ ਨੇ, ਉਹਨਾਂ ਨੂੰ ਪ੍ਰੇਰ ਕੇ, ਉਹਨਾਂ ਨੂੰ ਪਿਆਰ ਦੇ ਕੇ ਪ੍ਰਭੂ ਭਗਤੀ ਦੇ ਰਾਹ ਦੇ ਪਾਂਧੀ ਬਣਾਉਣਾ ਹੈ। ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੂੰ ਆਉਂਦਿਆਂ ਵੇਖ ਕੇ ਸੰਗਤ ਰਾਹ ਛੱਡ ਕੇ ਖੜੋ ਜਾਂਦੀ ਸੀ। ਬੜੀ ਸ਼ਰਧਾ ਦੇ ਨਾਲ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੂੰ ਨਮਸਕਾਰ ਕੇ ਸਿਜਦਾ ਕਰਦੀ ਸੀ। ਰਾਜਾ ਸਾਹਿਬ ਜੀ ਦੀ ਕੀਰਤੀ ਕੁਝ ਹੀ ਦਿਨਾਂ ਵਿੱਚ ਦੁਆਬੇ ਦੇ ਹਰ ਪਿੰਡ ਵਿੱਚ ਫੈਲ ਗਈ। ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਜਦੋਂ ਬਚਨ ਕਰਦੇ ਤਾਂ ਉਹਨਾਂ ਦੇ ਮੁਬਾਰਕ ਬਚਨਾਂ ਨੂੰ ਸੁਣ ਕੇ ਹਰ ਇੱਕ ਦੀ ਰੂਹ ਤ੍ਰਿਪਤ ਹੋ ਜਾਂਦੀ। ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਝਿੰਗੜਾ ਨਗਰ ਦਾ ਕਲਿਆਣ ਤਾਂ ਕਰ ਹੀ ਰਹੇ ਸਨ, ਪਰ ਨਾਲ ਦੀ ਨਾਲ ਝਿੰਗੜਾ ਨਗਰ ਦੇ ਆਸੇ-ਪਾਸੇ ਵਸਦੇ ਨਗਰਾਂ ਦਾ ਕਲਿਆਣ ਵੀ ਕਰ ਰਹੇ ਸਨ। ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਝਿੰਗੜਾ ਨਗਰ ਦੇ ਉੱਤੇ ਐਸੀ ਕਿਰਪਾ ਕੀਤੀ ਸੀ ਕਿ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਝਿੰਗੜਾ ਨਗਰ ਦਾ ਨਾਂ ਚਮਕ ਉੱਠਿਆ ਸੀ। ਭਾਈ ਜਵਾਰ ਸਿੰਘ ਜੀ ਝਿੰਗੜਾ ਵਾਲੇ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਕੀਰਤੀ ਦੀ ਜਾਣਕਾਰੀ ਸੰਗਤਾਂ ਨੂੰ ਦਿੰਦੇ ਰਹਿੰਦੇ ਸਨ। ਭਾਈ ਜਵਾਰ ਸਿੰਘ ਜੀ ਦੱਸਦੇ ਕਿ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਕੋਈ ਸਧਾਰਨ ਨਹੀਂ, ਇਹ ਤਾਂ ਬਲੀ ਮਹਾਂਪੁਰਖ ਨੇ, ਇਹ ਤੇ ਰਾਜਿਆਂ ਦੇ ਰਾਜੇ ਨੇ, ਇਹ ਤੇ ਮਹਾਰਾਜਿਆਂ ਦੇ ਮਹਾਰਾਜੇ ਨੇ, ਇਹ ਤੇ ਐਸੇ ਹਠੀ ਨੇ ਕਿ ਇਹ ਪਰਮਾਤਮਾ ਦੀ ਬੰਦਗੀ ਵਿੱਚ ਸੁਰਤੀ ਜੋੜ ਕੇ ਉਹਨਾਂ ਦੇ ਨਾਲ ਇੱਕਮਿਕ ਹੋ ਕੇ ਇਸ ਸੰਸਾਰ ਦੇ ਕਲਿਆਣ ਦੀਆਂ ਗੱਲਾਂ ਕਰਦੇ ਨੇ। ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੂੰ ਦੇਖਣ ਵਾਸਤੇ, ਰਾਜਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਦੁਆਬੇ ਦੇ ਹਰ ਪਿੰਡ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਝਿੰਗੜਾਂ ਦੇ ਵਿੱਚ ਜਾਣ ਲੱਗੀਆਂ। ਹਜ਼ੂਰ ਦੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋਣ ਲੱਗੀਆਂ।